ਆਸਰਿਆਂ ਦੇ ਆਸਰੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਯੋਧਾ ਬਹੁ ਪਰ ਉਪਕਾਰੀ। ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਵਾਜ ਜੀ। ਸਾਰੀ ਸੰਗਤ ਗੱਜ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਛੇਵੇਂ ਪਾਤਸ਼ਾਹ ਜੀ, ਧੰਨ ਛੇਵੇਂ ਪਾਤਸ਼ਾਹ ਜੀ, ਸ਼ਾਨ ਹੈ ਨਿਰਾਲੀ ਤੇਰੀ। ਹਾਂ ਧੰਨ ਛੇਵੇਂ ਪਾਤਸ਼ਾਹ ਜੀ, ਧੰਨ ਛੇਵੇਂ ਪਾਤਸ਼ਾਹ ਜੀ, ਸ਼ਾਨ ਹੈ ਨਿਰਾਲੀ ਤੇਰੀ। ਹਾਂ ਦੁਖੀਆਂ ਗਰੀਬਾਂ ਦੇ ਲਈ ਦੁਖੀਆਂ ਗਰੀਬਾਂ ਦੇ ਲਈ ਖੰਡਾ ਖੜਕਾਇਆ ਤੈਂ। ਦੁਖੀਆਂ ਗਰੀਬਾਂ ਦੇ ਲਈ ਖੰਡਾ ਖੜਕਾਇਆ ਤੈਂ। तारा पाके हाँ मेरी याद पीर दिया, मेरी याद पीर दिया, दो तलवार पाके
ਹੋ ਜ਼ਾਲਮਾਂ ਦਾ ਨਾਸ ਕੀਤਾ ਜ਼ੁਲਮ ਮਚਾਇਆ ਤੈਂ ਜ਼ਾਲਮਾਂ ਦਾ ਨਾਸ ਕੀਤਾ ਜ਼ੁਲਮ ਮਚਾਇਆ ਤੈਂ चमका दिती मेरी पीरी दा कट्ठा संबंध करके ते भगती शक्ति दे विच मिला दिती हरकत विच जवानियां आ गईयां ते वार टाडियां जदों सुना दिती शिंदा कहे नगारे ते झोंट ला के ते दिल्ली तक सरकार हिला दिती साज दिते शादी शादी साज दिते शादी शादी ताड़ी वारा गाउण दे लई साज दिते शौकी डाडी साज दिते शौकी डाडी ताड़ी वारा गाउण दे लई हाँ चढ़दी कला च रहना चढ़ती कला च रहना सबके सिखाया तै चढ़ती कला च रहना सबके सिखाया तै सिखाया तै परम सत्कारयोग गुरु जी की साजी नवाजी साध संगत करो मन बिरती एकागर झुकाओ गुरु नूं सीस ते सारी संगत प्यार नाल आखो जी वाहिगुरु जी का खालसा वाहिगुरु जी की फतेह। धन नानक तेरी वड्डी कमाई गुरु नानक पातशाह उन्हां दी चरण छोह प्राप्त गुरुद्वारा नानक माता साहब
ਦੀਪਾਵਲੀ ਦੇ ਸੰਬੰਧ ਵਿੱਚ ਹਾਜ਼ਰੀਆਂ ਭਾਰੇ ਸਤਸੰਗੀ ਜਨੋ, ਆਪਾਂ ਸਾਰੇ ਹੀ ਅੱਜ ਦੀਵਾਲੀ ਦਾ ਤਿਉਹਾਰ ਵੀ ਹੈ ਤੇ ਦੀਪਾਵਲੀ ਇਹਨੂੰ ਤਦ ਕਿਹਾ ਜਾਂਦਾ ਕਿਉਂਕਿ ਇਹਨੂੰ ਲੋ ਲਾਈਟ ਹਨੇਰਾ ਦੂਰ ਕਰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਦੀਵਾ ਬਲੇ ਅੰਧੇਰਾ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਡੇ ਹਾਜ਼ਰ ਗੁਰੂ ਨੇ, ਉਹ ਕਹਿੰਦੇ ਆ ਦੀਵਾ ਬਲੇ ਅੰਧੇਰਾ ਜਾਏ। ਅੱਜ ਵੀ ਮਨੁੱਖਤਾ ਦੇ ਵਿੱਚ ਬਹੁਤ ਹਨੇਰਾ ਛਾਇਆ ਹੈ। ਅੱਜ ਵੀ ਕੋਈ ਇੱਧਰ ਨੂੰ ਕੋਈ ਇੱਧਰ ਨੂੰ, ਤੇ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਇਹਦੀ ਅਗਵਾਈ ਨਹੀਂ ਦਿੰਦੇ। ਉਹ ਕਹਿੰਦੇ ਆ ਦੁਨੀਆ ਹਨੇਰੇ ਵਿੱਚ ਵਿਚਰ ਰਹੀ ਹੈ, ਹਨੇਰੇ ਨੂੰ ਮਿਟਾਉਣ ਵਾਸਤੇ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਕਿਉਂਕਿ ਗੁਰੂ ਨਾਨਕ ਸਾਹਿਬ ਆਪ ਕਹਿੰਦੇ ਆ ਅੰਧੇਰੇ ਰਹੋ ਨਾ ਕੋਈ। ਹਨੇਰਾ ਕਿਸੇ ਨੂੰ ਨਹੀਂ ਪਸੰਦ, ਹਨੇਰਾ ਕਿਸੇ ਨੂੰ ਨਹੀਂ ਪਸੰਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ ਜਦੋਂ ਇਹ ਸੰਸਾਰ ਨਹੀਂ ਸੀ ਤੇ ਕੀ ਸੀ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲ ਕੇ ਦੱਸਣਗੇ ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮੇ ਅਪਾਰਾ, ਚੰਦ ਨਾ ਸੂਰਜ ਦਿਨ ਨਾ ਰਾਤੀ ਸੁਨ ਸਮਾਦ ਲਗਾਏਂਦਾ। ਕਹਿੰਦੇ ਕੁਛ ਵੀ ਨਹੀਂ ਸੀ, ਹਨੇਰਾ ਹੀ ਹਨੇਰਾ ਸੀ। ਫਿਰ ਸੱਚੇ ਪਾਤਸ਼ਾਹ ਨੇ ਕੀਤੀ ਬਖਸ਼ਿਸ਼। ਕਹਿੰਦੇ ਫਿਰ ਇਹ ਦੂਰ ਕਿਵੇਂ ਹੋਇਆ, ਤੇ ਸਤਿਗੁਰੂ ਹੀ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਏਕ ਕਵਾਵੈ ਤੇ ਸਭ ਹੋਵੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਸਤਿਗੁਰੂ ਇੱਥੇ ਉਪਜ ਕਿਵੇਂ ਹੋਈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਉਹ ਕਹਿੰਦੇ ਆ ਪਹਿਲਾਂ ਹਨੇਰਾ ਹੀ ਹਨੇਰਾ ਸੀ, ਫਿਰ ਕਲਾਵਾ ਫਟਿਆ ਤੇ ਧਰਤੀ ਬਣੀ, ਫਿਰ ਧਰਤੀ ਤੇ ਪਾਣੀ, ਪਹਿਲਾਂ ਹਵਾ ਫਿਰ ਪਾਣੀ, ਤੇ ਜਦੋਂ ਪਾਣੀ ਬਣਿਆ ਤੇ ਫਿਰ ਇਹ ਉਪਜ ਹੋਈ। ਪਰ ਅੱਜ ਤੱਕ ਕੋਈ ਇਹ ਦੱਸ ਨਹੀਂ ਸਕਿਆ ਧਰਤੀ ਕਦੋਂ ਬਣੀ, ਕੋਈ ਨਹੀਂ ਦੱਸ ਸਕਿਆ। ਕਹਿਣ ਨੂੰ ਸਾਇੰਸਦਾਨ ਵੀ ਕਹੀ ਜਾਂਦੀ ਆ, ਸਾਰੇ ਕਹੀ ਜਾਂਦੇ ਆ, ਕਿਉਂਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ। ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿੰਦੇ ਆ ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੁਰਤੀ ਮਾਹੋ ਕਵਣ ਜਿਤ ਹੋਆ, ਆਕਾਰ ਵੇਲ ਨਾ ਪਾਈਐ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਜਿਨੇ ਸ੍ਰਿਸ਼ਟੀ ਬਣਾਈ ਹੈ, ਜਦੋਂ ਇਹ ਸ੍ਰਿਸ਼ਟੀ ਦੀ ਉਪਜ ਵਿੱਚ ਆਈ, ਇੱਥੇ ਮਨੁੱਖ ਦਾ ਪ੍ਰਕਾਸ਼, ਮਨੁੱਖ ਨੇ ਜਨਮ ਲਿਆ, ਸਮਾਂ ਆਉਣ ਦੇ ਉੱਤੇ ਇਹ ਮਨੁੱਖਾਂ ਦਾ ਵਿਕਾਸ ਹੋਇਆ, ਤੇ ਇਹਨਾਂ ਆਪਸ ਵਿੱਚ ਹੀ ਜੰਗਾਂ ਛੇੜ ਲਈਆਂ, ਆਪਸ ਵਿੱਚ ਹੀ ਲੜਨ ਲੱਗ ਪਏ। ਫਿਰ ਇਸ ਧਰਤੀ ਨੇ ਪੁਕਾਰ ਕੀਤੀ, ਭਈ ਅੱਜ ਮੇਰੇ ਉੱਤੇ ਜ਼ੁਲਮ ਬੜੇ ਹੋ ਰਹੇ ਨੇ, ਤੇ ਮੈਨੂੰ ਇੱਕ ਦਲਜੀਤ ਸਿੰਘ ਜੀ ਕਵੀਸ਼ਰੀ ਜਥਾ ਨਿਹੰਗ ਸਿੰਘ ਪਰਿਵਾਰ, ਉਹਨਾਂ ਵੱਲੋਂ ਮਾਇਆ ਆਈ ਹੈ। ਪਾਤਸ਼ਾਹ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਹੋਰ ਸਾਡੇ ਸਤਿਕਾਰਯੋਗ ਵੀਰ ਜੀ ਮਾਇਆ ਅਰਦਾਸ ਕਰਾਉਂਦੇ ਆ। ਹੋਰ ਗੁਰੂ ਕੀਆਂ ਸੰਗਤਾਂ ਵੱਲੋਂ ਸਾਡੇ ਸਤਿਕਾਰਯੋਗ ਮਾਤਾ ਜੀ ਮਾਇਆ ਅਰਦਾਸ ਕਰਵਾ ਕੇ ਗਏ ਆ। ਪਾਤਸ਼ਾਹ ਜੀ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਰਹੋ ਵਿਚਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਮੈਂ ਪਹਿਲਾਂ ਦੀਆਂ ਗੱਲਾਂ ਤੁਹਾਡੇ ਨਾਲ ਕਰ ਰਿਹਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੋਂ ਆਉਣ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਹਨੇਰਾ ਹੀ ਹਨੇਰਾ ਸੀ, ਆਪਸ ਵਿੱਚ ਇੱਕ ਦੂਜੀ ਦੀ ਜੰਗ ਛਿੜੀ ਸੀ। ਉਸ ਵੇਲੇ ਧਰਤੀ ਨੇ ਪੁਕਾਰ ਕੀਤੀ, ਭਾਈ ਮੇਰੇ ਤੇ ਕੋਈ ਰਹਿਬਰ ਭੇਜੋ। ਕਹਿੰਦੇ ਆ ਭਾਈ ਜਦੋਂ ਇਹਨੇ ਧਰਤੀ ਖਲੋਤੀ ਅਕਾਲ ਪੁਰਖ ਦੇ ਕੋਲ, ਤੇ ਉਹਨੇ ਪੁੱਛਿਆ ਵੀ ਤੈਨੂੰ ਕਾਹਦਾ ਭਾਰ ਹੈ, ਤੈਨੂੰ ਭਾਰ ਲੱਗ ਗਿਆ ਵਾ ਪਹਾੜਾਂ ਦਾ, ਤੈਨੂੰ ਬਨਾਸਪਤੀ ਦਾ ਭਾਰ ਹੈ। ਧਰਤੀ ਨੇ ਕਿਹਾ ਮੈਨੂੰ ਕਿਸੇ ਦਾ ਨਹੀਂ ਭਾਰ, ਮੈਨੂੰ ਭਾਰ ਹੈ ਅਕਿਰਤ ਕਣਾਂ ਦਾ। ਅਕਿਰਤ ਕਣ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ,
ਉਹਨੂੰ ਕਹਿੰਦੇ ਆ ਅਕਿਰਤ ਘਾਣ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਭਾਰੇ ਭਏ ਅਕਿਰਤ ਘਾਣ ਮੰਦੀ ਹੂੰ ਮੰਦੇ। ਇਹਨਾਂ ਦਾ ਭਾਰ ਹੈ। ਤੇ ਕਹਿਣ ਲੱਗੇ ਮੈਨੂੰ ਇੱਕ ਰਹਿਬਰ ਦੇ। ਅਕਾਲ ਪੁਰਖ ਨੇ ਕਿਹਾ ਤੇਰੇ ਤੇ ਪਹਿਲਾਂ ਵੀ ਰਹਿਬਰ ਆਇਆ। ਕਹਿਣ ਲੱਗੀ ਜਿੰਨੀ ਦੇਰ ਤੱਕ ਉਹ ਰਹਿਬਰ ਰਹੇ ਓਨੀ ਦੇਰ ਤੱਕ ਰਾਵਣ ਵਰਗੇ ਪੈਦਾ ਨਾ ਹੋਏ, ਓਨੀ ਦੇਰ ਤੱਕ ਹੋਰ ਕੋਈ, ਜਿੰਨੀ ਦੇਰ ਤੱਕ ਇਹ ਸੰਸਾਰ ਤੇ ਰਹੇ। ਪਰ ਜਦੋਂ ਇਹ ਚਲੇ ਗਏ ਫਿਰ ਉਹੋ ਜਿਹੇ ਪੈਦਾ ਹੋ ਗਏ। ਮੈਨੂੰ ਉਹੋ ਜਿਹੇ ਰਹਿਬਰ ਦੀ ਜ਼ਰੂਰਤ ਨਹੀਂ, ਮੈਨੂੰ ਉਸ ਦਵਾਈ ਦੀ ਲੋੜ ਨਹੀਂ ਜਿਹੜੀ ਥੋੜ੍ਹੀ ਦੇਰ ਤੱਕ ਆਰਾਮ ਦੇਵੇ ਤੇ ਮਗਰੋਂ ਫਿਰ ਉਹੀ ਤਕਲੀਫ ਹੋ ਜਾਵੇ। ਮੈਨੂੰ ਤਾਂ ਸੰਦੀਵੀ ਕਾਲ ਵਾਸਤੇ ਰਹਿਬਰ ਚਾਹੀਦਾ। ਤੇ ਕਹਿੰਦੇ ਅਕਾਲ ਪੁਰਖ ਨੇ ਆਖਿਆ ਫਿਰ ਮੈਂ ਧਰਤੀ ਤੇ ਆਵਾਂਗਾ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਆਉਣਾ ਆ ਤੇ ਫਿਰ ਉਹਦੇ ਵਾਸਤੇ ਕੁੱਖ ਦੀ ਲੋੜ ਹੈ। ਸਾਰੀਆਂ ਮਾਵਾਂ ਗੁਰੂ ਨਾਨਕ ਪੈਦਾ ਨਹੀਂ ਕਰ ਸਕਦੀਆਂ, ਸਾਰੀਆਂ ਮਾਵਾਂ ਸੂਰਮਾ ਪੈਦਾ ਨਹੀਂ ਕਰ ਸਕਦੀਆਂ, ਸਾਰੀਆਂ ਮਾਵਾਂ ਭਗਤ ਪੈਦਾ ਨਹੀਂ ਕਰ ਸਕਦੀਆਂ। ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਜਿਹੜਾ ਤੁਸੀਂ ਮੇਰੇ ਤੋਂ ਪਹਿਲਾਂ ਸਰਵਣ ਕਰ ਰਹੇ ਸੀ। ਫਿਰ ਕਿਸੇ ਨੇ ਪੁੱਛਿਆ ਵੀ ਇਹ ਕਿਹਨਾਂ ਦਾ ਗੁਰੂ ਆ? ਕੇਵਲ ਤੇ ਕੇਵਲ ਇੱਕ ਨਹੀਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਗੁਰੂ ਸਨ। ਤਾਂ ਹੀ ਕਿਸੇ ਕਵੀ ਨੇ ਲਿਖਿਆ, ਉਹ ਕਹਿੰਦਾ ਨਾਨਕ ਗੁਰੂ ਰਹਿਨੁਮਾ ਬਣ ਕੇ ਆਇਆ, हर एक दर्द दिल की दवा बन के आया। पापों की अग्नि में जलती थी दुनिया, बुझाने की खातिर शुफा बन के आया। सिखों के सतगुरु थे, दीनों के रक्षक, मुसलमानों के घर में मुस्तफ़ा बन के आया। दुई का पर्दा मटाने की खातिर नानक के स्वरूप में खुदा बन के आया। वो गुरु नानक जे गए मक्के विच, ख्याल करियो उत्थे मक्के विच जिस वेले गए, आया वा काजी आके कहंदा ओ काफरा ओ तू किधर नूं पैर करके सुता? ते गुरु नानक पातशाह कहंदे किधर नूं करने सी? कहंदे तैनूं नहीं पता इधर साडा मक्का वा। उन्हां आख्या गुरु नानक साहब गुस्से विच नहीं आए, प्यार विच कहण लगे जिधर तुहाडा मक्का नहीं उधर मेरे पैर कर दे। जदों उन्हें सोचा भी किहड़ी ऐसी दिशा जिथे परमात्मा नहीं। भाई अजीतपाल सिंह जी माया अरदास कराउंदे, अरदास करदे आ पातशाह उन्होंने चढ़दियां कला दीयां दातां बख्शिश करके सतगुरु अपने दरों घरों गुरसिੱਖੀ ਦੀ दात बख्शिश करन रहो विचार। वो जिस वेले उन्हें वेख्या भी कोई ऐसी दिशा नहीं जिथे परमात्मा नहीं, जिथे रब नहीं, जिथे खुदा नहीं। कोई बोले राम राम कोई खुदाए, कोई सेवे गुसाइयाँ कोई अलाए। इत्थे ते सतगुरु एक पिता एक सके हम बारक, तू मेरा गुर हाई। हुण ढह के चरना ते पै गया, कहंदा मैनों नहीं कोई ऐसी जगह मिलती जिथे परमात्मा दा वासा नहीं। वो जदों ढह के चरना ते पिया, लागे ਜਿਹੜੇ ਹੋਰ ਹਾਜੀ गए सन लोग, उन्हें बड़ी ਉਹਦੀ ਵਿਰੋਧਤਾ ਕੀਤੀ। ਉਹਨੇ ਕਿਹਾ ਆਪਣੀਆਂ ਨਜ਼ਰਾਂ ਨਾਲ ਨਾ ਵੇਖੋ, ਮੇਰੀਆਂ ਨਜ਼ਰਾਂ ਨਾਲ ਵੇਖੋ। ਜਿਹਨੂੰ ਤੁਸੀਂ ਕਾਫਰ ਕਹਿ ਰਹੇ ਹੋ ਇਹ ਮੈਂ ਆਪ ਵੇਖਿਆ, ਇਹ ਮੱਕੇ ਦੇ ਵਿੱਚ ਅੱਲਾ ਦਾ ਨੂਰ ਆ ਗਿਆ। ਉਹਨੇ ਫਿਰ ਉੱਥੇ ਖਲੋ ਕੇ ਕਿਹਾ ਤੇਰੀ ਇੱਕ ਅਦਾ ਤੋਂ ਜਾਨਵਾਰਾਂ, ਤੇਰੇ ਕਦਮਾਂ ਤੋਂ ਵਾਰਾਂ ਜਹਾਨ ਨਾਨਕ, ਤੇਰੇ ਹਾਸੇ ਤੋਂ ਹਸਤੀ ਖੁਦਾ ਵਾਰਾਂ, तेरे प्यार तो वारा ईमान नानक, तेरी रजा तो रोजे नमाज वारा, तेरे कलमे तो वारा कुरान नानक, तेरी सत करतार दी सदा सदा आवाज़ नूं कहिंदे आ। तेरी सत करतार दी सदा तो करा मक्का मदीना कुरबान नानक, तू है खुद खुदा, खुदा दी सौं तेरे जिहा कोई होर खुदा ही नहीं। सिजदा तेरे वाल करा के मक्के वाले, तेरे नूर तो मक्का जुदाई ने। वो कैसा मिठड़ा नाम है गुरु नानक, ते हर एक जीव नू जापदा खंड नानक।
ਕਦੇ ਭੁੱਖਿਆਂ ਨੂੰ ਦੇਵੇ ਪੀ ਚੱਕੀ ਤੇ ਕਦੇ ਥੱਕਿਆਂ ਦੀ ਚੁੱਕੇ ਪੰਡ ਨਾਨਕ ਹੋ ਗੰਗਾ ਗਏ ਮਲਤਾਨ ਹੋ ਗੰਗਾ ਗਏ ਮਲਤਾਨ ਤੇ ਜਾ ਮੱਕੇ ਤੇ ਤਪੇ ਹਿਰਦਿਆਂ ਨੂੰ ਪਾਈ ਠੰਡ ਨਾਨਕ ਓ ਇੱਕੋ ਪਿਤਾ ਤੇ ਇੱਕੋ ਦੇ ਪੁੱਤ ਸਮਝੇ ਤੇ ਇੱਕੋ ਜਈ ਕਰਨਿਆ ਵੰਡ ਨਾਨਕ ਤੇ ਇੱਕੋ ਜਈ ਕਰਨ ਆਇਆ ਵੰਡ ਨਾਨਕ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਡੇ ਹੋ ਰਹੇ। ਜਿਸ ਵੇਲੇ ਵੱਡੇ ਹੋਏ ਪਿਤਾ ਜੀ ਨੇ ਸੋਚਿਆ ਭਾਈ ਇਹਨਾਂ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਜਾਵੇ। ਹੁਣ ਗੁਰੂ ਨਾਨਕ ਸਾਹਿਬ ਪੜ੍ਹਨ ਗਏ ਨੇ। ਇੱਥੇ ਕਈ ਵਾਰੀ ਗੱਲਾਂ ਕਰਦੇ ਆ, ਵੇਖੋ ਜੀ ਗੁਰੂ ਨਾਨਕ ਪੜ੍ਹੇ ਨਹੀਂ। ਕੌਣ ਕਹਿੰਦਾ ਗੁਰੂ ਨਾਨਕ ਸਾਹਿਬ ਪੜ੍ਹੇ ਨਹੀਂ? ਪੜ੍ਹੇ ਨੇ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਨੂੰ ਜਿੰਨਾ ਸਬਕ ਦਿੱਤਾ ਜਾਂਦਾ ਸੀ ਯਾਦ ਕਰਦੇ ਸਨ ਗੁਰੂ ਨਾਨਕ ਸਾਹਿਬ। ਪ੍ਰੋਫੈਸਰ ਸਾਹਿਬ ਸਿੰਘ ਪੜ੍ਹ ਕੇ ਵੇਖੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੜ੍ਹਨ ਗਏ ਨੇ ਤੇ ਸਵਾਲ ਟੀਚਰ ਤੇ ਉਹ ਹੀ ਸਟੂਡੈਂਟ ਕਰ ਸਕਦਾ ਜਿਹਦੇ ਕੋਲ ਖੁਦ ਅੰਦਰ ਗਿਆਨ ਹੈ। ਦੂਜੇ ਬੰਦੇ ਜਿਹਨੂੰ ਆਉਂਦਾ ਹੀ ਕੁਛ ਨਹੀਂ ਉਹਨੇ ਤਾਂ ਪਿਛਾਂ ਜਾ ਕੇ ਬਹਿਣਾ। ਤੇ ਜਿਹਨੂੰ ਕੁਛ ਆਉਂਦਾ ਪੜ੍ਹਨਾ ਲਿਖਣਾ ਉਹ ਅੱਗੇ ਬਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਸਬਕ ਯਾਦ ਕਰਕੇ ਜਾਂਦੇ ਸੀ। ਇੱਕ ਦਿਨ ਪੁੱਛਣ ਲੱਗੇ ਆ ਪਾਂਧੇ ਨੂੰ, ਪਾਂਧਾ ਜੀ ਮੈਂ ਤੁਹਾਡੇ ਤੇ ਕੁਝ ਸਵਾਲ ਕਰ ਤਾਂ ਨਹੀਂ ਸਕਦਾ, ਮੈਂ ਤੁਹਾਡਾ ਵਿਦਿਆਰਥੀ ਹਾਂ, ਪਰ ਮੈਨੂੰ ਕੁਝ ਗਿਆਨ ਵਾਸਤੇ ਚਾਹੀਦਾ। ਤੇ ਕਹਿਣ ਲੱਗੇ ਪੁੱਛੋ। ਉਹਦੇ ਦਿਲ 'ਚ ਵੀ ਬੱਚਾ ਤੇ ਕੀ ਮੇਰੇ ਤੇ ਸਵਾਲ ਕਰ ਲੇਗਾ, ਕੀ ਪੁੱਛ ਲੇਗਾ ਮੈਨੂੰ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਆ ਜੋ ਸਾਨੂੰ ਤੁਸੀਂ ਪੜ੍ਹਾ ਰਹੇ ਹੋ ਮੈਂ ਇਹਦੇ ਅਰਥ ਪੁੱਛਣੇ ਚਾਹੁੰਦਾ। ਮੇਰਾ ਅਰਥ ਕੀ ਹੈ? ਤੇ ਅੱਗੋਂ ਕਹਿੰਦਾ ਇੱਕ ਅੱਖਰ ਦਾ ਕੋਈ ਅਰਥ ਨਹੀਂ ਬਣਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਅਰਥ ਹੀ ਕੋਈ ਨਹੀਂ ਉਹਨੂੰ ਪੜ੍ਹਨ ਦਾ ਕੀ ਫਾਇਦਾ? ਜਿਹਦਾ ਅਰਥ ਹੀ ਕੋਈ ਨਹੀਂ ਬਣਦਾ ਉਹਦਾ ਪੜ੍ਹਨ ਦਾ ਕੋਈ ਫਾਇਦਾ ਹੈ? ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਪੱਟੀ ਉਚਾਰਨ ਕੀਤੀ। ਆਸਾ ਰਾਗ ਵਿੱਚ ਹੈ ਪੱਟੀ। ਪੱਟੀ ਲਿਖੀ ਉਹਨੂੰ ਕਿਹਾ ਮੇਰੇ ਸਤਿਗੁਰੂ ਜੀ ਨੇ। ਜਿਹੜੇ ਬਾਣੀ ਪੜ੍ਹਨ ਦੇ ਰਸੀਏ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ। ਉੱਥੇ ਗੁਰੂ ਨਾਨਕ ਸਾਹਿਬ, ਮੈਂ ਤਾਂ ਇਹ ਵੀ ਗੱਲ ਕਹਿ ਕੇ ਜਾਵਾਂਗਾ ਸਟੇਜ ਉੱਤੇ, ਭਾਈ ਹਰ ਸਕੂਲ ਵਿੱਚ ਇਹ ਪੱਟੀ ਲਿਖ ਕੇ ਲਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਗਿਆਨ ਹੋਵੇ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਦਿਆ ਵਾਸਤੇ ਕਿੰਨੀ ਵੱਡੀ ਦੇਣ। ਪਤਾ ਤਾਂ ਹੀ ਲੱਗਦਾ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਦੱਸਾਂਗੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਊੜੇ ਉਪਮਾ ਤਾਂ ਕੀ ਕੀਜੈ। ਪੱਟੀ ਲਿਖੀ ਜਿਹੜੀ ਹੈ। ਫਿਰ ਅੱਗੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਤੇ ਉਹਨੂੰ ਮੈਂ ਕਹਿ ਨਹੀਂ ਸਕਾਂਗਾ। ਮਹਾਰਾਜ ਕਹਿੰਦੇ ਆ ਸੱਸੇ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਪਿਆ। ਅੱਜ ਉਹ ਪੱਟੀ। ਫਿਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਵਾਪਸ ਆਉਂਦੇ ਆ ਤੇ ਪਿਤਾ ਜੀ ਨੇ ਕਿਹਾ ਵੀ ਹੁਣ ਇਹ ਗੁਰੂ ਨਾਨਕ ਸਾਹਿਬ ਸਿਆਣਾ ਹੋ ਗਿਆ, ਇਹਨੂੰ ਧਰਮ ਗ੍ਰਹਿਣ ਕਰਵਾ ਦਈਏ। ਆਖੀਦਾ ਨਾ ਵੀ ਇਹਦੀ ਕੋਈ ਮੁੰਡਨ ਕਰਾਉਂਦਾ ਜਿਸ ਤਰ੍ਹਾਂ ਆਏ ਨੇ ਲੋਕ। ਮੈਂ ਪੁੱਛ ਰਿਹਾ ਸੀ ਕਿਸੇ ਕੋਲੋਂ ਸਵਾਲ ਵੀ ਇੱਥੇ ਕਿਵੇਂ ਇਹਨਾਂ ਦਾ ਆਉਣਾ ਬਹੁਤਾ ਜ਼ਿਆਦਾ। ਉਹ ਕਹਿੰਦੇ ਜੀ ਇਹਨਾਂ ਦੀ ਕੋਈ ਆਸਥਾ ਜੁੜੀ ਹੈ ਇੱਥੇ, ਇਹ ਆਉਂਦੇ ਨੇ ਲੋਕ। ਅੱਜ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ ਨੇ, ਇਹਨਾਂ ਨੂੰ ਨਾਨਕ ਮਤੀਏ ਵੀ ਕਿਹਾ ਜਾ ਰਿਹਾ। ਮੈਂ ਬੇਨਤੀ ਕਰਨ ਲੱਗਾ ਸਾਧ ਸੰਗਤ, ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਧਰਮ ਗ੍ਰਹਿਣ ਕਰਾਉਣ ਲੱਗੇ ਆ। ਸਾਰੀ ਬਰਾਦਰੀ ਨੂੰ ਸੁਨੇਹੇ ਭੇਜੇਗੇ ਜਿਹਦੇ ਵਿੱਚ ਦਾਦਕੇ ਵੀ ਬੈਠੇ ਆ, ਮਾਮੇ ਵੀ ਬੈਠੇ ਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬੈਠੇ ਹੋਏ ਸਾਰੇ ਸੰਬੰਧੀ, ਹੋਰ ਸੱਜਣ ਬੇਲੀ ਪਟਵਾਰੀ ਸਾਹਿਬ ਸਨ, ਬਹੁਤ ਜ਼ਿਆਦਾ ਰਿਸ਼ਤੇਦਾਰ ਇਕੱਠੇ ਹੋਏ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਵਾਜ਼ ਮਾਰੀ ਆ ਪੰਡਤ ਹਰਦਿਆਲ ਨੇ। ਆਖਿਆ ਪੰਡਤ ਨੇ ਨਾਨਕਾ ਇੱਧਰ ਆ। ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਕਹਿੰਦੇ ਦੱਸੋ ਪੰਡਤ ਜੀ। ਕਹਿੰਦੇ ਤੁਹਾਨੂੰ ਜਨੇਊ ਪਾਇਆ ਜਾਣਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਰਾਬਰ ਨੇ ਸਭ ਤੋਂ ਪਹਿਲਾਂ ਜੇ ਤਰਕ ਕੀਤੀ ਆ ਤੇ ਗੁਰੂ ਨਾਨਕ ਸਾਹਿਬ ਨੇ ਕੀਤੀ। ਆਖਿਆ ਪੰਡਤ ਜੀ ਮੈਂ ਤੇਰੇ ਨਾਲ ਕੁਝ ਗੱਲ ਕਰਨੀ ਚਾਹੁੰਦਾ, ਤੇਰੇ ਨਾਲ ਕੁਝ ਵਿਚਾਰ ਕਰਨੀ ਚਾਹੁੰਦਾ। ਇਹ ਜਿਹੜਾ ਮੈਨੂੰ ਜਨੇਊ ਪਾਉਣ ਲੱਗੇ ਹੋ ਕੀ ਇਹ ਮੇਰੇ ਨਾਲ ਦਰਗਾਹ ਦੇ ਵਿੱਚ ਜਾਵੇਗਾ?
ਪੰਡਤ ਚੁੱਪ ਕਰ ਗਿਆ, ਕਿਉਂਕਿ ਅੱਜ ਤੱਕ ਕਿਸੇ ਬੱਚੇ ਨੇ ਪੰਡਤ ਦੇ ਸਾਹਮਣੇ ਇਹ ਸਵਾਲ ਨਹੀਂ ਸੀ ਕੀਤਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਾਵੇਗਾ, ਤੇ ਕਹਿੰਦੇ ਆ ਵੀ ਪੰਡਤ ਸਿਰ ਹਿਲਾ ਕੇ ਸੋਚਾਂ ਵਿੱਚ ਪੈ ਕੇ ਕਹਿੰਦਾ ਨਹੀਂ, ਇਹ ਤੇ ਇੱਥੇ ਹੀ ਸੜ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਇਹਦੇ ਪਾਉਣ ਦਾ ਕੀ ਫਾਇਦਾ, ਫਿਰ ਨਹੀਂ ਮੈਂ ਪਾਉਣਾ। ਬਾਕੀ ਜਿਹੜਾ ਜਨੇਊ ਆ ਇਹ ਨਫ਼ਰਤ ਪੈਦਾ ਕਰ ਰਿਹਾ, ਕਿਉਂਕਿ ਤੁਸੀਂ ਬਾਹਮਣ ਦੇ ਗਲ ਵਿੱਚ 3 ਤੰਦਾ ਪਾਉਂਦੇ ਹੋ, ਖੱਤਰੀ ਦੇ ਗਲ ਵਿੱਚ 2 ਤੰਦਾ ਪਾਉਂਦੇ ਹੋ, ਫਿਰ ਜਿਹੜਾ ਉਸ ਤੋਂ ਥੱਲੇ ਆ ਉਹਦੇ 1 ਤੰਦਾ, ਤੇ ਸ਼ੂਦਰ ਦੇ ਗਲ ਵਿੱਚ ਤੁਸੀਂ ਪਾਉਂਦੇ ਹੀ ਨਹੀਂ, ਤੇ ਮੈਂ ਐਸਾ ਜਨੇਊ ਨਹੀਂ ਪਾਉਣਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆਖਿਆ ਵੀ ਮੈਂ ਨਹੀਂ ਪਾਉਣਾ, ਪਿਤਾ ਜੀ ਕੋਲ ਗਿਆ ਪੰਡਤ ਹਰਦਿਆਲ, ਆਖਣ ਲੱਗਾ ਪਟਵਾਰੀ ਸਾਹਿਬ ਤੇਰੇ ਪੁੱਤ ਨੇ ਆਖਿਆ ਮੈਂ ਜਨੇਊ ਨਹੀਂ ਪਾਉਣਾ, ਤੇ ਹੁਣ ਕੀ ਕਰੀਏ। ਪਿਤਾ ਜੀ ਨੇ ਆਖਿਆ ਮੈਂ ਨਾਨਕ ਨਾਲ ਗੱਲ ਕਰਨਾ। ਦੂਰ ਚਲੇ ਗਏ, ਜਾ ਕੇ ਕਹਿਣ ਲੱਗੇ ਨਾਨਕਾ ਉਹ ਕੁਝ ਚਿਰ ਵਾਸਤੇ ਪਾਲਾ, ਮੁੜ ਕੇ ਲਾ ਦਵੀਂ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਪਿਤਾ ਜੀ ਪਹਿਲੀ ਗੱਲ ਤੇ ਮੈਂ ਪਾਉਣਾ ਨਹੀਂ, ਤੇ ਜੇ ਪਾ ਲਿਆ ਤੇ ਫਿਰ ਲਾਉਣਾ ਨਹੀਂ। ਆਖਣ ਲੱਗੇ ਫਿਰ ਇਹਨੂੰ ਲਾਵਾਂਗਾ ਨਹੀਂ, ਪਰ ਮੈਂ ਪੰਡਤ ਜੀ ਦੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਪਿਤਾ ਜੀ, ਕੀ ਮੈਨੂੰ ਤੁਸੀਂ ਦੱਸੋਗੇ ਮੈਂ ਗੱਲ ਕਰ ਸਕਣਾ। ਤੇ ਕਹਿਣ ਲੱਗੇ ਵੀ ਬੱਚਾ ਵਾ ਇਹਨੇ ਕਿਹੜੀ ਗੱਲ ਕਰ ਲੈਣੀ, ਕਰ ਲੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਐਸਾ ਜਨੇਊ ਤਿਆਰ ਕਰਨਾ ਵਾ। ਕਹਿੰਦੇ ਕਿਸ ਤਰ੍ਹਾਂ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੁਸੀਂ ਆਸਾ ਦੀ ਵਾਰ ਵਿੱਚ ਸੁਣਦੇ ਹੋ ਰੋਜ਼ਾਨਾ। ਮੇਰੇ ਸਤਿਗੁਰੂ ਜੀ ਨੇ ਕਿਹਾ ਦਿਆ ਕਪਾਰ ਸੰਤੋਖ ਸੂਤ ਜਤ ਗੰਢੀ 7 ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਟ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਆਖਣ ਲੱਗੇ ਤੁਸੀਂ ਤਾਂ ਨਫ਼ਰਤ ਪੈਦਾ ਕੀਤੀ ਆ ਨਾ, ਤੇ ਮੈਂ ਇਹ 4 ਗੁਣ ਇੱਕ ਸਿੱਖ ਵਿੱਚ ਪ੍ਰਵੇਸ਼ ਕਰ ਦਿਆਂਗਾ। 4 ਗੁਣ। ਉਹ ਕਹਿੰਦੇ ਉਹ ਕਿਵੇਂ। ਕਹਿੰਦੇ ਮੇਰਾ ਸਿੱਖ ਪਹਿਲੇ ਸਮਿਆਂ ਦੇ ਵਿੱਚ ਜਦੋਂ ਦੀ ਮੈਂ ਗੱਲ ਕਰ ਰਿਹਾ, ਕੇਵਲ ਤੇ ਕੇਵਲ ਇਹ ਮੈਕ ਦੇ ਵਿੱਚ ਜਾਂ ਹੈ ਸੀ ਜਾਂ ਨਹੀਂ, ਪ੍ਰਵਚਨ ਨਾ ਕਹਿੰਦੇ ਬਾਹਮਣ ਦੇ ਸਕਦਾ। ਬਾਹਮਣ ਦਾ ਕੰਮ ਸੀ ਲੋਕਾਂ ਨੂੰ ਕਥਾ ਸੁਣਾਉਣੀ, ਬਾਹਮਣ ਦਾ ਕੰਮ ਸੀ ਲੋਕਾਂ ਨੂੰ ਗੱਲਾਂ ਸੁਣਾਉਣੀਆਂ ਤੇ ਦਸ਼ਨਾ ਲੈਣੀ, ਤੇ ਜਿਹੜੇ ਖੱਤਰੀ ਸੀ ਉਹਨਾਂ ਦਾ ਕੰਮ ਸੀ ਇਹਨਾਂ ਦੀ ਰਖਵਾਲੀ ਕਰਨੀ, ਵੈਸ਼ ਦਾ ਕੰਮ ਸੀ ਇਹਨਾਂ ਵਾਸਤੇ ਵਪਾਰ ਕਰਨਾ, ਸ਼ੂਦਰ ਦਾ ਕੰਮ ਸੀ ਇਹਨਾਂ ਦੇ ਝੂਠੇ ਭਾਂਡੇ ਧੋਣੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੇਰਾ ਸਿੱਖ ਇੱਕੋ ਹੀ ਸਾਰੇ ਕੰਮ ਕਰੇ। ਮੈਂ ਬੇਨਤੀ ਕਰਾਂ ਸਿੱਖ ਪ੍ਰਚਾਰਕ ਵੀ ਹੈ, ਸਿੱਖ ਛਤਰੀ ਵੀ ਹੈ, ਤੇ ਸਿੱਖ ਵੈਸ਼ ਵੀ ਹੈ, ਤੇ ਸਿੱਖ ਸ਼ੂਦਰ ਵਿੱਚ ਵੀ ਹੈ। ਕਿਉਂਕਿ ਜਿੰਨਾ ਚਿਰ ਅਸੀਂ ਜਾਂਦੇ ਹਾਂ ਕਿਸੇ ਵੀ ਗੁਰਦੁਆਰਾ ਸਾਹਿਬ, ਉੱਥੇ ਅਸੀਂ ਸੇਵਾਵਾਂ ਕਰਦੇ ਹਾਂ, ਅਸੀਂ ਕੀ ਝੂਠੇ ਭਾਂਡੇ ਨਹੀਂ ਮਾਂਜਦੇ? ਕੀ ਅਸੀਂ ਮੈਦਾਨੇ ਜੰਗ ਵਿੱਚ ਜਾਈਏ ਤਲਵਾਰ ਨਹੀਂ ਚਲਾਉਂਦਾ ਸਾਡਾ ਸਿੱਖ? ਜੇ ਸਟੇਜ ਤੇ ਆਉਂਦਾ ਕੀ ਪ੍ਰਵਚਨ ਨਹੀਂ ਕਰਦਾ? ਇਸ ਕਰਕੇ ਜੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ, ਜਦੋਂ ਪਿਤਾ ਜੀ ਨੇ ਸਾਰਾ ਸਵਾਲ ਉੱਤਰ ਪ੍ਰਸ਼ਨ ਸੁਣੇ ਪੰਡਤ ਜੀ ਕੋਲੋਂ, ਤੇ ਕਹਿਣ ਲੱਗੇ ਇਹਨੇ ਨਹੀਂ ਪਾਉਣਾ। ਗੁਰੂ ਨਾਨਕ ਸਾਹਿਬ ਕਹਿੰਦੇ ਐਸਾ ਨਹੀਂ ਮੈਂ ਪਾਉਣਾ। ਹੁਣ ਥੋੜੇ ਜਿਹੇ ਹੋਰ ਵੱਡੇ ਹੋਏ, ਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਕਹਿੰਦੇ ਆ ਵੀ ਹੁਣ ਮੇਰਾ ਪੁੱਤਰ ਆ ਖੱਤਰੀਆਂ ਦਾ ਮੁੰਡਾ, ਤੇ ਕਿਉਂ ਨਾ ਇਹਨੂੰ ਵਪਾਰੀ ਬਣਾ ਦਈਏ, ਇਹ ਵਪਾਰ ਕਰਿਆ ਕਰੇਗਾ। ਆਖਣ ਲੱਗੇ ਨਾਨਕਾ ਇੱਧਰ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਿਤਾ ਜੀ ਦੇ ਕੋਲ ਪਲੋਸ ਕੇ ਲੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਇਉਂ ਸਮਝਾਉਂਦੇ। ਸੱਚੇ ਸਤਿਗੁਰ ਜੀ ਨੂੰ ਪਿਤਾ ਜੀ ਕੋਲ ਬੁਲਾ ਕੇ
ਇੱਕ ਦਿਨ ਸੱਚੇ ਸਤਿਗੁਰ ਜੀ ਨੂੰ ਪਿਤਾ ਜੀ ਕੋਲ ਬੁਲਾ ਕੇ ਓ ਇੱਕ ਦਿਨ ਸੱਚੇ ਸਤਿਗੁਰ ਜੀ ਨੂੰ ਪਿਤਾ ਜੀ ਕੋਲ ਬੁਲਾ ਕੇ ਇੱਕ ਦਿਨ ਸੱਚੇ ਸਤਿਗੁਰ ਜੀ ਨੂੰ ਪਿਤਾ ਜੀ ਕੋਲ ਬੁਲਾ ਕੇ ਨਾਲ ਪਿਆਰ ਲਗੇ ਸਮਝਾਵਣ ਕਹਿੰਦੇ ਇਉਂ ਸੁਣਾ ਕੇ ਨਾਲ ਪਿਆਰ ਲਗੇ ਸਮਝਾਵਣ ਕਹਿੰਦੇ ਇਉਂ ਸੁਣਾ ਕੇ ਨਾਲ ਪਿਆਰ ਲਗੇ ਸਮਝਾਵਣ ਕਹਿੰਦੇ ਇਉਂ ਸੁਣਾ ਕੇ ਓ ਨਾਲ ਪਿਆਰ ਲਗੇ ਸਮਝਾਵਣ ਕਹਿੰਦੇ ਇਉਂ ਸੁਣਾ ਕੇ ਨਾਲ ਪਿਆਰ ਲਗੇ ਸਮਝਾਵਣ ਕਹਿੰਦੇ ਇਉਂ ਸੁਣਾ ਕੇ ਤੱਕ ਲੈ ਆਪਣੇ ਹਾਰੇ ਮੁੰਡਿਆ ਤੱਕ ਲੈ ਆਪਣੇ ਹਾਰੀ ਮੁੰਡਿਆ ਵੱਲ ਧਿਆਨ ਲਗਾ ਕੇ ਤੱਕ ਲੈ ਆਪਣੇ ਹਾਰੀ ਮੁੰਡਿਆ ਵੱਲ ਧਿਆਨ ਲਗਾ ਕੇ ਓ ਤੱਕ ਲੈ ਆਪਣੇ ਹਾੜੀ ਮੁੰਡਿਆ ਵੱਲ ਧਿਆਨ ਲਗਾ ਕੇ ਤੱਕ ਲੈ ਆਪਣੇ ਹਾੜੀ ਮੁੰਡਿਆ ਵੱਲ ਧਿਆਨ ਲਗਾ ਕੇ ਓ ਕੋਈ ਵਪਾਰ ਕਰੇ ਕੋਈ ਵਾਈ ਕੋਈ ਦੁਕਾਨ ਚਲਾ ਕੇ ਕੋਈ ਵਪਾਰ ਕਰੇ ਕੋਈ ਵਾਈ ਕੋਈ ਦੁਕਾਨ ਚਲਾ ਕੇ ਓ ਕੋਈ ਵਪਾਰ ਕਰੇ ਕੋਈ ਵਾਹੀ ਤੇ ਕੋਈ ਦੁਕਾਨ ਚਲਾ ਕੇ ਕੋਈ ਵਪਾਰ ਕਰੇ ਕੋਈ ਵਾਹੀ ਕੋਈ ਦੁਕਾਨ ਚਲਾ ਕੇ ਕੋਈ ਵਪਾਰ ਕਰੇ ਕੋਈ ਵਾਹੀ ਕੋਈ ਦੁਕਾਨ ਚਲਾ ਕੇ ਮਾਪੇ ਤਾਂ ਖਵਾਉਂਦੇ ਸਾਰੇ ਹੱਥੀਂ ਖੱਟ ਕਮਾ ਕੇ ਮਾਪਿਆਂ ਤਾਂ ਖਵਾਉਂਦੇ ਸਾਰੇ ਹੱਥੀਂ ਖੱਟ ਕਮਾ ਕੇ ਓਏ ਮਾਪਿਆਂ ਤਾਈ ਖਵਾਉਂਦੇ ਸਭੇ ਹੱਥੀਂ ਖੱਟ ਕਮਾ ਕੇ ਮਾਪਿਆਂ ਤਾਈ ਖਵਾਉਂਦੇ ਸਭੇ ਹੱਥੀਂ ਖੱਟ ਕਮਾ ਕੇ ਪਰ ਤੂੰ ਵੇਲਾ ਬੈਠਾ ਰਹਿਣਾ ਪਰ ਤੂੰ ਵੇਲਾ ਬੈਠਾ ਰਹਿਣਾ ਹਰਦਮ ਚੌਂਕੜੀ ਲਾ ਕੇ ਪਰ ਤੂੰ ਵੇਲਾ ਬੈਠਾ ਰਹਿਣਾ ਹਰਦਮ ਚੌਂਕੜੀ ਲਾ ਕੇ ਪਰ ਤੂੰ ਵੇਲਾ ਬੈਠਾ ਰਹਿਣਾ ਹਰਦਮ ਸੌਂਕੜੀ ਲਾ ਕੇ ਪਰ ਤੂੰ ਵੇਲਾ ਬੈਠਾ ਰਹਿਣਾ ਸੁਰ ਸਮਾਧੀ ਲਾ ਕੇ ਕੀਤੀ ਜਾਨ ਦੁਖੀ ਤੂੰ ਮੇਰੀ ਕਿੰਨੂੰ ਦੱਸਾਂ ਜਾ ਕੇ ਕੀਤੀ ਜਾਨ ਦੁਖੀ ਤੂੰ ਮੇਰੀ ਕਿੰਨੂੰ ਦੱਸਾਂ ਜਾ ਕੇ ਓ ਕੀਤੀ ਜਾਨ ਦੁਖੀ ਤੂੰ ਮੇਰੀ ਕੀਤੀ ਜਾਨ ਦੁਖੀ ਤੂੰ ਮੇਰੀ ਕਿੰਨੂੰ ਦੱਸਾਂ ਜਾ ਕੇ ਕੀਤੀ ਜਾਨ ਦੁਖੀ ਤੂੰ ਮੇਰੀ ਕਿੰਨੂੰ ਦੱਸਾਂ ਜਾ ਕੇ ਆ ਵੇਖੋ ਪਈ ਰੱਬ ਨੂੰ ਸਮਝਾਵਾ ਵੇਖੋ ਪਈ ਰੱਬ ਨੂੰ ਸਮਝਾਵੇ ਪਿਤਾ ਲੋਭ ਵਿੱਚ ਆ ਕੇ ਵੇਖੋ ਪਈ ਰੱਬ ਨੂੰ ਸਮਝਾਵੇ ਪਿਤਾ ਲੋਭ ਵਿੱਚ ਆ ਕੇ ਹੋ ਵੇਖੋ ਬਈ ਰੱਬ ਨੂੰ ਸਮਝਾਵੇ ਵੇਖੋ ਵੀ ਰੱਬ ਨੂੰ ਸਮਝਾਵੇ ਪਿਤਾ ਲੋਭ ਵਿੱਚ ਆ ਕੇ ਵੇਖੋ ਵੀ ਰੱਬ ਨੂੰ ਸਮਝਾਵੇ ਪਿਤਾ ਲੋਭ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ ਜੀ ਕਹਿਣ ਲੱਗੇ, ਨਾਨਕਾ ਪਿੰਡ ਵਿੱਚ ਦੁਕਾਨਾਂ ਹੈ ਨੇ ਪਰ ਤੂੰ ਆਪਣੀ ਵੱਖਰੀ ਦੁਕਾਨ ਪਾ ਕੇ ਇਹਨਾਂ ਨਾਲੋਂ ਤੇ ਆ ਲੈ ਫੜ ਪੈਸੇ ਤੇ ਜਾ ਕੇ ਚੂੜਕਾਣੇ ਦੀ ਮੰਡੀ ਵਿੱਚ ਉਹ ਸੌਦਾ ਕਰਕੇ ਆਵੇਂ ਜਿਹਦੇ ਨਾਲ ਤੇਰੀ ਰਾਸ ਵਧੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਤੁਰਨ ਲੱਗਦੇ ਆ ਤੇ ਕਹਿਣ ਲੱਗੇ, ਪਿਤਾ ਜੀ ਮੈਂ ਇਕੱਲਾ ਜਾਵਾਂਗਾ? ਕਹਿਣ ਲੱਗੇ ਨਹੀਂ, ਆਪਣੇ ਕਿਸੇ ਹਾਣੀ ਨੂੰ ਕਿਸੇ ਯਾਰ ਦੋਸਤ ਨੂੰ ਲੈ ਜਾ। ਇਤਿਹਾਸਕਾਰ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਰਦਾਨੇ ਦਾ ਜਿਹੜਾ ਸਾਥੀ ਬਾਲਾ ਉਹਨੂੰ ਨਾਲ ਲੈ ਕੇ ਗਏ। ਜਦੋਂ ਤੁਰ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਕਈ ਵਾਰੀ ਇਹ ਸਾਡੇ ਤੇ ਸਵਾਲ ਹੋਇਆ ਵੀ ਉਦੋਂ ਤੇ 20 ਰੁਪਏ ਆ ਕਰੰਸੀ ਨਹੀਂ ਸੀ। ਇਹ ਵੀ ਜ਼ਰੂਰੀ ਜਾਣਨਾ ਸਾਡੇ ਵਾਸਤੇ, ਉਦੋਂ ਤੇ 20 ਰੁਪਏ ਹੈ ਨਹੀਂ ਸੀ।
ਉਹਨੂੰ ਕਰੰਸੀ ਜਿਹੜੀ ਉਹਦਾ ਨਾਂ ਸੀ ਰਜਤ ਪੰਨ, ਉਹ ਚੱਲਦੀ ਸੀ ਕਰੰਸੀ। ਇਹ ਆਸਤੇ ਆਸਤੇ ਰੁਪਈਏ ਬਣ ਗਏ। ਤੇ ਅੱਜ ਤੁਹਾਨੂੰ ਦੱਸਣ ਵਾਸਤੇ ਅਸੀਂ ਸੰਖੇਪ ਵਿੱਚ ਬੋਲਦੇ ਵੀ 20 ਰੁਪਈਏ ਦਿੱਤੇ। 20 ਰਜਤ ਪੰਨ ਸੀ ਉਹ। 6 ਮਹੀਨਿਆਂ ਦੀ ਪਟਵਾਰੀ ਦੀ ਤਨਖਾਹ ਸੀ ਉਦੋਂ, ਉਸ ਵਕਤ ਜਦੋਂ ਦੀ ਮੈਂ ਗੱਲ ਕਰ। ਫਿਰ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਬੜਾ ਕੁਛ ਲੋਕ ਕਹਿੰਦੇ ਨੇ, ਪਰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਬੈਠੇ ਆ। ਗੁਰੂ ਨਾਨਕ ਸਾਹਿਬ ਦੇ ਪਿਤਾ ਜੀ, ਉਹਨਾਂ ਦੇ ਦਾਦਾ ਜੀ ਉਹਨਾਂ ਦਿਨਾਂ ਵਿੱਚ ਪਟਵਾਰੀ ਸੀ, ਜਦੋਂ ਅੱਜ ਤੋਂ 550 ਸਾਲ ਪਹਿਲਾਂ ਤੁਸੀਂ ਆਪਣੀ ਨਜ਼ਰ ਲੈ ਕੇ ਜਾਓ। ਕੌਣ ਕਹਿੰਦਾ ਗੁਰੂ ਨਾਨਕ ਸਾਹਿਬ ਪੜ੍ਹੇ ਨਹੀਂ ਜਾਂ ਇਹ ਨਹੀਂ? ਗੁਰੂ ਨਾਨਕ ਸਾਹਿਬ ਦਾ ਪਰਿਵਾਰ ਪੜ੍ਹਿਆ ਲਿਖਿਆ ਪਰਿਵਾਰ ਸੀ, ਪਟਵਾਰੀ ਦੀ ਡਿਊਟੀ ਕਰਦੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬੈਠੇ ਰਹਿੰਦੇ ਆ, ਕਈ ਵਾਰੀ ਸਾਡੇ ਘਰਾਂ ਵਿੱਚ ਵੀ ਸਾਡਾ ਬੱਚਾ ਜਾਂ ਸਾਡਾ ਕੋਈ ਵੀ ਪਿਤਾ ਜੀ ਵੀ ਭਾਵੇਂ ਹੋਣ, ਉਹ ਚੁੱਪ ਕਰਕੇ ਬੈਠੇ ਹੋਣ ਤੇ ਅਸੀਂ ਪੁੱਛਨੇ ਆ ਵੀ ਕਾਕਾ ਤੂੰ ਅੱਜ ਬੋਲਦਾ ਨਹੀਂ, ਗੱਲ ਕੀ ਹੈ? ਉਹ ਕਿਸੇ ਸੋਚ ਵਿੱਚ ਹੁੰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਸੋਚ ਵਿੱਚ ਸਨ ਭਈ ਇਹ ਜਿਹੜੀ ਲੋਕਾਈ ਹੈ, ਜਿਹੜਾ ਸੰਸਾਰ ਆ, ਬੜਾ ਪਰੇਸ਼ਾਨ। ਤੇ ਪਰੇਸ਼ਾਨ ਕਿਉਂ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸੋਚ ਰਹੇ ਸੀ ਵੀ ਇਹ ਲੋਕਾਈ ਆਪਸ ਵਿੱਚ ਹੀ ਇੱਕ ਦੂਜੇ ਦੀ ਦੁਸ਼ਮਣ ਬਣ ਗਈ ਆ, ਇਹਨਾਂ ਨੂੰ ਇਹਦੇ ਵਿੱਚੋਂ ਕੱਢਿਆ ਤੇ ਕੱਢਿਆ ਕਿਵੇਂ ਜਾਵੇ। ਪਿਤਾ ਜੀ ਨੇ ਸੋਚਿਆ ਚੁੱਪ ਰਹਿੰਦਾ ਬੇਟਾ, ਕਿਉਂ ਨਾ ਇਹਦੇ ਵਾਸਤੇ ਕੋਈ ਵੈਦ ਬੁਲਾਇਆ ਜਾਵੇ। ਵੈਦ ਬੁਲਾਇਆ, ਹਰਦਾਸ ਹੁਣ ਆਇਆ। ਜਦੋਂ ਸਾਹਮਣੇ ਖਲੋਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਵਾਜ਼ ਮਾਰ ਕੇ ਪੁੱਛਦਾ, ਕਹਿੰਦੇ ਆ ਤੁਸੀਂ ਰੋਗੀ ਹੋ? ਗੁਰੂ ਨਾਨਕ ਸਾਹਿਬ ਇਸ਼ਾਰਾ ਕਰਕੇ ਕਹਿੰਦੇ ਨਹੀਂ। ਤੇ ਕਹਿਣ ਲੱਗੇ ਫਿਰ ਲੰਮੇ ਪਏ ਰਹਿੰਦੇ ਹੋ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਵੈਦ ਆ ਤੇ ਤੂੰ ਪਹਿਲਾਂ ਦੱਸ ਮੈਨੂੰ ਕੀ ਹੈ? ਤੇ ਉੱਥੇ ਫਿਰ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ। ਅਸੀਂ ਕਹਿ ਦਿੰਦੇ ਇਹ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਸ਼ਬਦ ਆ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਦਾ, ਦੂਸਰੇ ਪਾਤਸ਼ਾਹ ਦਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਆ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ। ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਮੈਂ ਬਿਮਾਰ ਨਹੀਂ, ਮੈਂ ਸੋਚ ਰਿਹਾ ਇਹਨਾਂ ਦਾ ਕਿਵੇਂ ਸੁਧਾਰ ਹੋ ਸਕਦਾ। ਕਹਿਣ ਲੱਗੇ ਉਹ ਨਾਨਕਾ ਬਹੁਤਾ ਸੋਚੀਦਾ ਨਹੀਂ, ਇਸ ਕਰਕੇ ਆ ਲੈ ਤੂੰ 20 ਰੁਪਈਏ ਤੇ ਜਾ ਆਪਣੇ ਨਾਲ ਯਾਰ ਨੂੰ ਲੈ ਜਾ, ਸਾਥੀ ਨੂੰ ਲੈ ਜਾ, ਤੇ ਜਾ ਲਾਗੇ ਹੀ ਮੰਡੀ ਆ ਚੂੜਕਾਣੇ ਦੀ ਮੰਡੀ, ਉਹਨਾਂ ਦਿਨਾਂ ਵਿੱਚ ਬੜੀ ਮਸ਼ਹੂਰ ਸੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲੈ ਕੇ 20 ਰੁਪਈਏ ਬਾਲੇ ਦੇ ਨਾਲ ਤੁਰੇ ਜਾਂਦੇ ਆ। ਜਿਸ ਵੇਲੇ ਗਏ ਚੂੜਕਾਣੇ ਦੀ ਮੰਡੀ ਵਿੱਚ, ਇਤਿਹਾਸਕਾਰ ਲਿਖਦੇ ਆ ਕਿ ਬਾਲੇ ਨੇ ਆਖਿਆ ਨਾਨਕਾ ਓਏ ਅਸੀਂ ਰੂੰ ਨਾ ਖਰੀਦ ਲਈਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਨੇ ਹਦਾਇਤ ਕੀਤੀ ਆ ਖਰਾ ਸੌਦਾ ਕਰਕੇ ਆਉਣਾ, ਸੱਚਾ ਸੌਦਾ ਕਰਕੇ ਆਉਣਾ। ਤੇ ਇਹ ਤੇ ਨਹੀਂਗਾ ਬਾਲਿਆ ਸੱਚਾ ਸੌਦਾ। ਕਹਿੰਦੇ ਕਿਉਂ? ਕਹਿੰਦੇ ਇਹਨੂੰ ਇੱਕ ਤੀਲੀ ਦੀ ਲੋੜ ਆ, ਸਾਰਾ ਹੀ ਸੜ ਕੇ ਸਵਾਹ ਹੋ ਜਾਣਾ, ਖਰਾ ਸੌਦਾ ਤੇ ਹੋਇਆ ਹੀ ਨਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਤੁਰੇ ਜਾਂਦੇ ਆ ਤੇ ਕੀ ਹੈ ਅੱਗੇ ਗੁੜ ਦਾ ਢੇਰ ਲੱਗਾ ਤੇ ਬਾਲਾ ਕਹਿੰਦਾ ਮਹਾਰਾਜ ਨਾਨਕਾ ਇਹ ਤਾਂ ਨਹੀਂ ਨਾ ਖਰਾਬ ਹੋਣਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਵਗ ਜਾਂਦਾ ਹੀ ਸਾਉਣ ਭਾਦਰੋਂ ਨੂੰ, ਖਰਾਬ ਇਹ ਵੀ ਹੋ ਜਾਂਦਾ, ਖਰਾ ਸੌਦਾ ਇਹ ਵੀ ਨਹੀਂ ਹੋ। ਅੱਗੇ ਤੁਰੇ ਜਾਂਦੇ ਆ, ਅੱਗੇ ਚਣਿਆਂ ਦਾ ਢੇਰ ਲੱਗਾ ਤੇ ਬਾਲਾ ਕਹਿੰਦਾ ਨਾਨਕਾ ਮੈਂ ਜ਼ਿਮੀਂਦਾਰਾਂ ਦਾ ਮੁੰਡਾ ਵਾਂ, ਮੈਨੂੰ ਪਤਾ ਵਾ ਭਈ ਇਹ ਚੀਜ਼ ਨਹੀਂ ਖਰਾਬ ਹੁੰਦੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਬਾਲਿਆ ਝੂਠ ਨਾ ਮਾਰ, ਖਰਾਬ ਇਹ ਵੀ ਹੋ ਜਾਂਦਾ। ਕਹਿੰਦੇ ਉਹ ਕਿਵੇਂ? ਕਹਿੰਦੇ 6 ਮਹੀਨਿਆਂ ਬਾਅਦ ਇਹਨੂੰ ਢੋਰਾ ਲੱਗ ਜਾਂਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਨੇ, ਕਹਿੰਦੇ ਕੋਈ ਖਰੀਦੇਗਾ ਵੀ ਕਿ ਨਹੀਂ? ਕਹਿੰਦੇ ਗੁਰੂ ਨਾਨਕ ਸਾਹਿਬ ਪੁੱਛਦਾ ਬਾਲਾ ਕਹਿੰਦਾ ਕੋਈ ਖਰੀਦੇਗਾ ਵੀ ਕਿ ਨਹੀਂ? ਕਹਿੰਦੇ ਮੈਂ ਖਰੀਦਿਆ। ਤੇ ਗੁਰੂ ਸਾਹਿਬ ਦੀ ਬਾਣੀਆਂ ਵਣਜ ਕਰੋ ਵਪਾਰੀਓ ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਈਆ ਜੈਸੀ ਨਿਭੈ ਨਾਲ। ਐਸਾ ਕੰਮ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਨੇ, ਅੱਗੇ ਬੈਠੇ ਨੇ ਸੰਤ ਰੇਣਦਾਸ ਜੀ। ਇਹ ਸੰਤ ਰੇਣਦਾਸ ਜੀ ਹੋਰਾਂ ਨੇ ਲੰਗੋਟੀ ਬੱਧੀ ਆ। ਤੇ ਨਾਨਕ ਪੁੱਛਦਾ ਗੁਰੂ ਨਾਨਕ ਸਾਹਿਬ ਜਾ ਕੇ, ਕਹਿੰਦੇ ਆ ਸੰਤ ਜੀ ਆ ਮੈਨੂੰ ਮਾਫੀ ਦੇਣੀ, ਲਾਈਵ ਚੱਲ ਰਿਹਾ, ਬੜੇ ਪੂਰੇ ਸੰਸਾਰ ਵਿੱਚ ਜਾ ਰਿਹਾ, ਮੈਂ ਗੱਲ ਕਰਨ ਤੋਂ ਕਦੇ ਉੱਕਾਂਗਾ ਨਹੀਂ, ਢਾਡੀ ਹਾਂ ਗੁਰੂ ਨਾਨਕ ਦਾ। ਮੈਂ ਬੇਨਤੀ ਕਰਾਂ ਅਸੀਂ ਲਿਬਾਸ ਨੂੰ ਸੰਤ ਮੰਨ ਲਿਆ, ਜਿਹਨੇ ਬਹੁਤੇ ਲੰਮੇ ਚੋਲੇ ਪਾਲੇ ਉਹ ਬਹੁਤਾ ਵੱਡਾ ਸੰਤ, ਉਹਨੂੰ ਸੰਤ ਨਹੀਂ। ਸੰਤ ਕਿਹਨੂੰ ਕਹਿੰਦੇ ਆ? ਕਵੀ ਲਿਖਦਾ ਕਹਿੰਦਾ ਬੇਅੰਤ ਦੀ ਰਜਾ ਵਿੱਚ ਰਹਿਣ ਵਾਲਾ, ਸੱਚ ਮੁੱਚ ਹੀ ਆਪ ਬੇਅੰਤ ਹੁੰਦਾ,
ਵਿਛੜੀ ਆਤਮਾ ਮੀਨ ਦੇ ਵਾਂਗ ਤੜਫੇ, ਜਿੰਨਾ ਚਿਰ ਪ੍ਰਸੰਨ ਨਾ ਕੰਤ ਹੁੰਦਾ, ਉਹਨੂੰ ਜ਼ੁਲਮ ਦੀ ਅੱਗ ਨਹੀਂ ਭਾ ਸਕਦੀ ਜਿਹਦਾ ਨਾਲ ਪਿਆਰ ਭਗਵੰਤ ਹੁੰਦਾ। ਜਿਹੜਾ ਦੂਜਿਆਂ ਦੇ ਦੁੱਖਾਂ ਲਈ ਬਣੇ ਦਾਰੂ, ਗੁਰਦਾਸਪੁਰੀਆ ਉਹ ਪੂਰਾ ਸੰਤ ਹੁੰਦਾ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਤੇ ਜਦੋਂ ਤੁਸੀਂ ਸ਼ਬਦ ਪੜ੍ਹਦੇ ਹੋ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ का संत, तेरे तेरे सेवक को भौ किश नाही जम नहीं आवे मेरे। हवा गूंजदी थां थां, ओ आखदी सी हाँ, लोको जग तो जुल्म मटाए गाए, लोकी जिन्हां नूं छौण भी नहीं देंदे हाँ, ते गले चुक के उन्हां नूं लाए गाए। ओ पीर गुरु सूरा देश भगत कह के हाँ, सारे जग विच पूजिया जाए गाया। भाई कट के गलों गुलामियां दी हाँ, ते भारत वर्ष नूं याद कराएगा। सतगुरु गुरु नानक साहब सच्चे पातशाह कहन लगे, संत जी तुसां प्रशादा छकिया? ते कहन लगे बालका प्रशादा नहीं अजे छकिया। कहंदे क्यों नहीं छकदे? कहंदे इत्थों दे हाकम बड़े विगड़े ने ते ये गरीबां दे कपड़े लाउंदे ने, ते असीं एक परन कीता, परन वही कर सकदा जिहदे कोल कुछ होवे। सारे परन अकाल पुरख ने थोड़ा कर लैंदे आ। आख्या असीं परन कीता भाई, जिन्नी देर तक कोई गरीबां दी गल करन वाला नहीं ना आउंदा, उन्नी देर तक साडा भोजन नूं दिल नहीं करदा। कहंदे तुसीं तन उत्ते लंगोट बद्धा कपड़े नहीं पाए। कहंदे इत्थों दे हाकम विगड़ गए ने ते ये की करदे आ, गरीबां दे कपड़े लाउंदे आ। असीं क्या कोई गरीबां नूं कपड़े देण वाला भी आऊ? गुरु नानक साहब बाले नूं कहण लगे, बालिया ओए आ ही सौदा करन वाला जिहड़ा पिता जी ने कहा सी खरा सौदा करना। उसे वेले गुरु नानक साहब सच्चे पातशाह ने लियांदियां रस्तां, ते किवें गुरु नानक सच्चे पातशाह सेवा करते बड़े प्यार नाल सन। बड़ा कुछ इत्थे कराए रोटी, हो कोई विच पसीने दे गुण खांदा ही हो, ते कोई लहू दे विच प्यो के खाए रोटी। साधुआं नूं गुरा के भोजन
ਅਖਰਾ ਹੋ ਇਹੋ ਜਿਹਾ ਅਖਰਾ ਸੌਦਾ ਜੱਗ ਵਿੱਚ ਕੋਈ ਹੋਰ ਨਾ ਗੁਰਾਂ ਕਿਆ ਭੋਜਨ। ਸਾੜਦੀ ਨਾ ਕਿੰਨਾ ਚਿਰ ਪਿਆਰ ਹੋ ਕਿੰਨਾ ਚਿਰ ਪਿਆਰ ਆਵੇ ਲੱਗੇ ਇਹਨੂੰ ਟੋਰਨਾ ਗੁਰਾਂ ਕਿਆ ਭੋਜਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਹਨਾਂ ਦੇ ਕੋਲ ਖਲੋਤੇ ਨੇ ਬਾਲਾ ਕਹਿਣ ਲੱਗਾ ਨਾਨਕਾ ਉਹ ਕਹਿੰਦਾ ਇਹਨਾਂ ਨੂੰ ਪ੍ਰਸ਼ਾਦਾ ਛਕਾ ਲਈਏ ਤੇ ਪਿਤਾ ਜੀ ਨੇ ਪਤਾ 20 ਰੁਪਏ ਕਿਵੇਂ ਕੋਲ ਜੋੜੇ ਨੇ। ਪਿਤਾ ਜੀ ਨੇ 20 ਰੁਪਏ ਬੜੇ ਔਖੇ ਤੁਹਾਡੇ ਪਿਤਾ ਜੀ ਨੇ ਦੱਸਿਆ ਸੀ ਵੀ ਖਰਾ ਸੌਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਪਿਤਾ ਜੀ ਮੰਨ ਗਏ ਤੇ ਮੈਂ ਆਪੇ ਯਾਰ ਲਵਾਂਗਾ ਬਾਲਿਆ ਕੰਮ ਆਪੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੈਂ ਪੜ੍ਹੀ ਮੇਰੀ ਲਾਈਫ ਚੱਲ ਰਿਹਾ ਮੈਂ ਇਹ ਗੱਲ ਬੇਨਤੀ ਕਰਾਂਗਾ ਸਾਧ ਸੰਗਤ ਕੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ ਚੱਲ ਰਹੇ ਕੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਅਸੀਂ ਇਹ ਸਿੱਖਿਆ ਲੰਗਰ ਲੱਗਦੇ ਨੇ ਜ਼ਰੂਰ ਪਰ ਕਿਸੇ ਗੁਰਸਿੱਖ ਦੇ ਵਿੱਚ ਵੇਖ ਲਿਓ ਤੁਸੀਂ ਕੋਈ ਹੈ ਨ ਵਿਰਲੇ ਨਾ ਹੀ ਘੜੇ ਫੈਲ ਫੱਕੜ ਸੰਸਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਲਿਆ ਕੋਈ ਚਿੰਤਾ ਦੀ ਲੋੜ ਨਹੀਂ ਪਿਤਾ ਜੀ ਗੁੱਸੇ ਹੋਣਗੇ ਤੇ ਮੈਂ ਜਰ ਲਵਾਂਗਾ। ਬਾਲਾ ਕਹਿੰਦਾ ਚੱਲ ਠੀਕ ਆ ਫਿਰ ਇਹੋ ਹੀ ਉਸੇ ਵੇਲੇ ਮੰਗਾ ਕੇ ਰਸਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੰਗਰ ਇਉਂ ਲਾਤਾ।
ਸ਼ੱਕ ਸ਼ੱਕ ਕੇ ਨਾਲ ਪ੍ਰੇਮ ਦੇ ਗਈ ਗਏ ਭਗਵਾਨ ਦੇਗਾ ਉਹ ਕਈਆਂ ਤਰ੍ਹਾਂ ਦੇ ਭੁੱਖੇ ਸਾਲ ਸੀ ਨਾਲ ਖੁਸ਼ੀਆਂ ਰਹੇ ਨੇ ਖਾ ਹੋ ਕਈ ਦਿਨਾਂ ਦੇ ਭੁੱਖੇ ਸਾਧ ਸੀ ਹੋਰ ਨਾਲ ਖੁਸ਼ੀ ਦੇ ਖਾ ਹੋ ਕਰਮਾਂ ਵਾਲਿਓ ਕਈਆਂ ਦਿਨਾਂ ਦੇ ਭੁੱਖੇ ਸਾਲ ਸੀ ਨਾਲ ਖੁਸ਼ੀਆਂ ਰਹੇ ਨੇ ਖਾ ਉਹ ਸ਼ੱਕ ਸ਼ੱਕ ਕੇ ਨਾਲ ਪ੍ਰੇਮ ਦੇ ਰਹੇ ਗੀਤ ਪ੍ਰਭੂ ਦੇਗਾ ਉਹ ਸ਼ੱਕ ਸ਼ੱਕ ਕੇ ਨਾਲ ਪ੍ਰੇਮ ਤੇ ਰਹਿ ਗੀਤ ਭਗਵਾਨ ਦੇਗਾ ਉਹ ਸਮਝ ਗਏ ਸਾਡੇ ਵਾਸਤੇ ਤੇ ਅੱਜ ਚੱਲ ਕੇ ਗਿਆ ਰੱਬਿਆ ਅੱਜ ਚੱਲ ਕੇ ਗਿਆ ਰੱਬਿਆ ਹੋ ਕਰਮਾਂ ਵਾਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਯੱਗ ਲਾਇਆ ਜੱਗ ਤੇ ਜੱਗ ਵਿੱਚ ਸਾਰੇ ਛਕਦੇ ਨੇ। ਇੱਕ ਸ਼ਬਦ ਹੋਰ ਮੇਰਾ ਖਿਆਲ ਨਾਲ ਜਰਾ ਸੁਣਨਾ। ਕਈ ਵਾਰੀ ਅਸੀਂ ਕਹਿੰਦੇ ਆ ਜੀ ਭੁੱਖੇ ਸਾਧੂ, ਆ ਕਿੰਨਾ ਸ਼ਬਦ ਜੇ ਚੰਗਾ ਲੱਗਦਾ ਸਾਨੂੰ ਵੀ ਅਸੀਂ ਭੁੱਖੇ ਸਾਧੂ। ਰੋਟੀਆਂ ਤੋਂ ਜ਼ਰੂਰ ਹੋ ਸਕਦੇ ਆ, ਕਦੇ ਸਾਧੂ ਭੁੱਖਾ ਨਹੀਂ ਹੁੰਦਾ। ਕਦੇ ਸਾਧੂ ਵੀ ਭੁੱਖਾ ਵੇਖਿਆ ਜੇ ਵੀ ਸਾਧੂ ਕੀ ਆ? ਸਾਧੂ ਦਾ ਨਾਂ ਸਾਧੂ ਕਿਉਂ ਉਹਨੂੰ ਕਿਹਾ ਜਾਂਦਾ? ਜਿਹਨੇ ਆਪਣੇ ਆਪ ਨੂੰ ਸਾਧ ਲਿਆ। ਕਈ ਪਾ ਕੇ ਨਾ ਭਗਵੇ ਕੱਪੜੇ ਤੇ ਹੱਥ ਉਡਾਉਂਦੇ ਆ ਤੇ ਮੈਂ ਨਾ ਤੂੰ ਸਾਧੂ ਨਹੀਂ ਹੋ ਸਕਦਾ। ਜੇ ਤੂੰ ਸਾਧੂ ਹੁੰਦਾ ਤੇ ਆਹ ਕੰਮ ਨਹੀਂ ਸੀ। ਸਾਧੂ ਕਦੇ ਵੀ ਭੁੱਖਾ ਨਹੀਂ ਹੁੰਦਾ। ਸਾਧੂ ਦੀ ਤ੍ਰਿਸ਼ਨਾ ਬੁੱਝੀ ਹੁੰਦੀ ਹੈ। ਸਾਧੂ ਕਦੇ ਵੀ ਨਹੀਂ। ਤਾਂ ਹੀ ਤੇ ਕਿਸੇ ਨੇ ਕਿਹਾ ਪੱਲੇ ਬੰਨ ਨਾ ਤੁਰਦੇ ਪੰਛੀ ਤੇ ਫਕੀਰ। ਕਦੇ ਵੀ ਆ ਜਿਹੜਾ ਉਹਨਾਂ ਨੇ ਚੋਲਾ ਪਾਇਆ ਹੁੰਦਾ ਉਹਨੂੰ ਬੋਝਾ ਨਹੀਂ ਲੱਗਾ ਹੁੰਦਾ। ਖਿਆਲ ਕਰ ਲਿਓ, ਮੈਂ ਬਹੁਤੀਆਂ ਨਾ ਕਵਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੋਚ ਕੇ ਆਖਿਆ ਭਈ ਇਹਨਾਂ ਨੂੰ ਗੱਫਾ ਛਕਾਉਣਾ। ਜਦੋਂ ਪ੍ਰਸ਼ਾਦਾ ਪਾਣੀ ਛਕਾਤਾ ਤੁਰਨ ਲੱਗੇ ਤੇ ਬਾਲਾ ਕਹਿੰਦਾ ਨਾਨਕਾ ਹੁਣ ਤੁਹਾਡੇ ਪਿਤਾ ਨੂੰ ਜਾ ਕੇ ਦੱਸਣਾ ਵਾ, ਮੈਂ ਦੱਸਾਂਗੇ ਤੂੰ? ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਬਾਲਿਆ ਤੂੰ ਜਾ ਕੇ ਦੱਸਣਾ। ਕਹਿੰਦੇ ਕਿਉਂ? ਕਹਿੰਦੇ ਜਦੋਂ ਇਨਸਾਨ ਨੂੰ ਗੁੱਸਾ ਚੜਿਆ ਹੁੰਦਾ ਨਾ, ਗੁੱਸਾ ਤੇ ਛੇਤੀ ਨਾਲ ਹੀ ਬੰਦਾ ਜਦੋਂ ਚਲਿਆ ਜਾਵੇ ਤੇ ਗੁੱਸਾ ਜ਼ਿਆਦਾ ਆ ਜਾਂਦਾ। 2-4 ਮਿੰਟ ਡਿਲੇ ਹੋ ਜਾਵੇ, ਰੁਕ ਜਾਵੇ ਤੇ ਗੁੱਸਾ ਘਟ ਜਾਂਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬਾਲਾ ਕਹਿਣ ਲੱਗਾ ਨਾਨਕਾ ਤੂੰ ਤਾਂ ਕਹਿਣਾ ਨਾ ਵੀ ਤੂੰ ਪਿਤਾ ਜੀ ਨੂੰ ਜਾ ਕੇ ਦੱਸੀ ਭਾਈ ਉਹਨਾਂ ਗੁੱਸੇ ਹੋਣਾ ਤੇ ਸਾਰਾ ਗੁੱਸਾ ਮੇਰੇ ਤੇ ਉਤਰੇ। ਕਹਿਣ ਲੱਗੇ ਕੋਈ ਐਸੀ ਗੱਲ ਨਹੀਂ, ਤੂੰ ਜਾ ਕੇ ਦੱਸ ਦੇਈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ ਚੰਦਰਭਾਨ ਦੇ ਖੂਹ ਤੇ। ਚੰਦਰਭਾਨ ਬਾਲੇ ਦੇ ਪਿਤਾ ਦਾ ਨਾਮ ਆ। ਜਦੋਂ ਉਹਦੇ ਖੂਹ ਤੇ ਬਹਿ ਗਏ, ਬਾਲੇ ਨੇ ਜਾ ਕੇ ਦੱਸਿਆ। ਕਹਿਣ ਲੱਗੇ ਪਟਵਾਰੀ ਸਾਹਿਬ ਜੀ ਅਸੀਂ ਆ ਗਏ ਹਾਂ। ਤੇ ਕਹਿਣ ਲੱਗੇ ਫਿਰ ਗੱਡੇ ਲੈ ਕੇ ਚੱਲੀਏ, ਤੁਸੀਂ ਸੌਦਾ ਕਰਕੇ ਆ ਗਏ ਹੋ। ਕਹਿੰਦੇ ਗੱਡਿਆਂ ਵਾਲਾ ਕੰਮ ਨਹੀਂ। ਕਹਿੰਦੇ ਉਹਨੇ ਸੋਨਾ ਚਾਂਦੀ ਖਰੀਦ ਲਿਆ ਹੋਊ। ਕਹਿਣ ਲੱਗੇ ਖਰੀਦਿਆ ਤੇ ਸੋਨਾ ਚਾਂਦੀ ਆ ਵੀ ਹੋ ਸਕਦਾ ਤੁਹਾਡੇ ਦਿਮਾਗ ਵਿੱਚ ਇਹ ਗੱਲ ਨਾ ਆਵੇ। ਕਹਿਣ ਲੱਗੇ ਕੀ ਕਰਕੇ ਆ ਗਿਆ? ਕਹਿੰਦੇ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਸ਼ਾਦਾ ਪਾਣੀ ਛਕਾਤਾ ਸੰਤਾਂ ਸਾਧੂਆਂ ਨੂੰ।
ਗੁੱਸਾ ਚੜ ਗਿਆ। ਉਹ ਮੈਂ 20 ਰੁਪਏ ਬੜੀ ਮਿਹਨਤ ਦੇ ਨਾਲ ਜੋੜੇ ਆ ਤੇ ਕੀ ਮੇਰੇ 20 ਰੁਪਏ ਖਰਾਬ ਕਰਕੇ ਆ ਗਿਆ। ਗੁੱਸਾ ਚੜਿਆ ਬਹੁਤ ਜ਼ਿਆਦਾ ਤੇ ਗੁੱਸੇ ਦੇ ਨਾਲ ਜਦੋਂ ਜਾਂਦੇ ਨੇ ਉਧਰ ਮਾਤਾ ਤ੍ਰਿਪਤਾ ਵਹਿੰਦੀ ਹੈ। ਸਤਿਕਾਰਯੋਗ ਮਾਤਾ ਨੇ ਆਪਣੀ ਬੁਲਾਇਆ ਧੀ ਨੂੰ, ਨਾਨਕੀ ਨੂੰ, ਆਖਿਆ ਨਹੀਂ ਨਾਨਕੀ ਤੇਰਾ ਪਿਤਾ ਬੜੇ ਗੁੱਸੇ ਵਿੱਚ ਤੇ ਵੇਖੀ ਕਿਤੇ ਜਾ ਕੇ ਗੁਰੂ ਨਾਨਕ ਨੂੰ ਮਾਰੇ ਨਾ। ਫੜ ਕੇ ਬਾਂਹ ਨਾਨਕੀ ਦੀ। ਮਾਤਾ ਤ੍ਰਿਪਤਾ ਜੀ ਜਿਵੇਂ ਕਹਿ ਰਹੇ ਨੇ ਬੜੇ ਪਿਆਰ ਸਤਿਕਾਰ ਨਾਲ ਸੁਣੀਏ, ਇਉਂ ਦੱਸਿਆ ਜੀ। माता साहब ने सुनी जंगल सारी, माता साहब ने सुनी जंगल सारी। सखिया नानकी नू जा मगरे, मगरे के आई पिता तेरा मारे ना तेरे वीर नू। ए सुन पे सुन माता दा कहना, देर नहीं पैण नानकी लामदी लामदी। हो जिथे बैठा सोना वीर सी पहुंच जावदी। जिस वेले माता जी ने कहा भैन नानकी सुन के गल सारी ਉੱਥੇ ਪਹੁੰਚ ਗਈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਬੈਠੇ ਸਨ। ਜਦੋਂ ਉੱਥੇ ਪਹੁੰਚਦੀ ਹੈ ਇਤਿਹਾਸ ਵਿੱਚ ਲਿਖਿਆ ਮਿਲਦਾ ਜਾਂਦਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਚਪੇੜ ਵੱਜ ਚੁੱਕੀ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁੱਸਾ ਨਹੀਂ ਕੀਤਾ। ਭੈਣ ਨਾਨਕੀ ਨੇ ਜਦੋਂ ਵੇਖੀ ਵੱਜੀ ਚਪੇੜ ਧਰਤੀ ਤੇ ਕਿਵੇਂ ਡਿੱਗਦੀ ਹੈ, ਬੜੇ ਪਿਆਰ ਸਤਿਕਾਰ ਨਾਲ ਸੁਣਦੇ ਚਲੀ। ਜਦੋਂ ਵੇਖਿਆ ਵੀਰ ਨੂੰ ਜਾ ਕੇ, ਜਦੋਂ ਵੇਖਿਆ ਜਦੋਂ ਵੇਖਿਆ ਇਹਨੂੰ ਜਾ ਕੇ ਭੈਣ ਕੋ ਨਾ ਗਿਆ ਜਰੀਆ। ਜਿਵੇਂ ਚੰਦ ਦੇ ਕੋਲੇ ਘਟਾ ਕਾਲੀਆਂ ਬੂੰਦਾ ਬੰਦੀ ਲਾਈ ਕਹਿਰ ਦੀ। ਜਿਵੇਂ ਪੌੜਿਆ ਪੌੜਿਆ ਬਹੇ ਸੋਹਣੇ ਫੁੱਲ ਤੇ ਮੁਖ ਉੱਤੇ ਛਾਈਆਂ ਪੈ ਗਈਆਂ। ਜੜ ਸਕੀਨਾ ਸਕੀਨਾ ਬੇਹੋਸ਼ ਹੋ ਕੇ ਡਿੱਗ ਪਈ ਜਿਮੀ ਦੇ ਉੱਤੇ ਮੂੰਹ ਪੜਨੇ। ਪਿਆਰਿਆ ਪਿਆਰਿਆ ਹੋ ਕਹਿਣ ਲੱਗੀ ਹਾਏ ਬਾਬਲਾ ਕੀ ਲੋੜਾ ਮਾਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਭੈਣ ਨੇ ਨਾ ਆਖਿਆ ਪਿਤਾ ਜੀ ਇਹਨਾਂ ਵਾਸਤੇ ਮੇਰੇ ਵੀਰ ਨੂੰ ਮਾਰਿਆ ਈ, ਇਹਦੇ ਦੀ ਦਾਸੀ ਬਣਨੀ ਆ ਦਾਸੀ। ਆਈ ਹੋਸ਼ ਫੜ ਕੇ ਪਿਤਾ ਦੀ ਬਾਂਹ। ਭੈਣ ਨਾਨਕੀ ਆਪਣੇ ਪਿਤਾ ਜੀ ਦੇ ਨਾਲ ਗੱਲਾਂ ਇਉਂ ਕਰਦੀ ਹੈ। ਆਈ ਹੋਸ਼ ਤੇ ਪਿਤਾ ਦੀ ਬਾਂਹ ਫੜ ਕੇ, ਆਈ ਹੋਸ਼ ਤੇ ਪਿਤਾ ਦੀ ਬਾਂਹ ਫੜ ਕੇ ਪਿਆਰ ਨਾਲ ਕਰੇ ਅਰਜ਼ਾ। ਜਿਹੜੀ ਮਾਇਆ ਤੋਂ ਮਾਰੇ ਸੋਹਣੇ ਵੀਰ ਨੂੰ ਦਾਸੀ ਇਹਦੇ ਚਰਨਾਂ ਦੀ। ਇਹਦੇ ਨਾਮ ਤੋਂ ਲਟਾ ਦੇ ਪਿਤਾ ਮੇਰਿਆ ਜਗ ਦੀਆਂ ਕੁੱਲ ਦੌਲਤਾਂ। ਇਹ ਸੁਣ ਗਏ ਸੁਣ ਦੁਖੀਆਂ ਦੀਆਂ ਹਾਈ ਜਗ ਦਾ ਸਹਾਰਾ ਬਣਿਆ। ਆਣ ਕੇ ਮਾਰਿਆ ਚਪੇੜਾ ਬਾਬਲਾ ਤੂੰ ਪੁੱਤ ਜਾਣ ਕੇ, ਓ ਪੁੱਤ ਜਾਣ ਕੇ, ਓ ਪੁੱਤ ਜਾਣ ਕੇ। ਪਿਤਾ ਜੀ ਦੀ ਬਾਂਹ ਫੜ ਕੇ ਕਹਿਣ ਲੱਗੀ ਪਿਤਾ ਜੀ ਇਹ ਦਾਸੀ ਬਣਨੀ ਆ ਦਾਸੀ।
मैं गल एक फिर लगा करन, बड़े ध्यान नाल सुननी है साध संगत। दो चीज़ों का जिंदगी च ख्याल रखना, दो चीज़ों। तुसीं कहोगे किहड़ी किहड़ी गल दा? इहदे बिना सरदा नहीं। हुण असीं आए आ पंजाब विचों, तुहानूं पता किसानां ने धरने लाए ने, ट्रेनां चलदियां नहीं, सानूं अपनी गड्डी लियाउणी पै गई, तेल तो बिना वो चल नहीं सकती। मैं बेनती जिहड़ी कर लगा, ਇਹਦੇ बिना कोई बस विच नहीं चढ़ सकता, ਇਹਦੇ बिना संसार नहीं चलता। पर याद रखो, इनू इन्नी भी भूआ नहीं चाढ़ देना भी इत्थे चढ़ के बह गए। ख्याल करना दो चीज़ां, एक ऐदा ख्याल रखना, ऐदा आ जिहड़ी चीज़ आ ये सतगुरु जी ने सानू दित्ती है, ये कदे पैरों ते नहीं डिगनी चाहिए, ते आ जिहड़ी चीज़ है बहुती पैरों ते सिर ते नहीं बिठाउणी चाहिए। ख्याल आ गई गल समझ के फिर दोबारा रिपीट करा, इनू इन्नी भूए नहीं चढ़ देना भी यह साडे सिर ते चढ़ के बह जे। आ साडी जिहड़ी चीज़ आ इनू इन्नी भी नहीं कर देना भी लोगों के पैरों ते एवें झुकदी फिरे जाए। ये गुरु नानक दी सिक्ख्या सानू। दासी है माया दासी भगतां की कार गमावै। हुण गुरु नानक साहब सच्चे पातशाह की भैन कहन लगी, तो जे भैणा बनना, कोई सुनदा मेरी आवाज़ नूं कोई दूर नेड़े, तो भैणा बनना ना तो नानकी वर्गी, जे भूआ बनना तो नानकी वर्गी। ये पक्के अपने मन, क्योंकि इतिहास सुनने का तद ही फायदा जे उहदे उत्ते सानू कोई असर होवे। दवाई तां ही दित्ती जाती है, डॉक्टर दिंदा भई जिहड़ी दवाई लैके साडा शरीर तंदुरुस्त हो जाए। मैं बेनती कर रहा साध संगत, हुण गुरु नानक साहब सच्चे पातशाह की भैन कहती है पिता जी इन्हां छिलड़ां वास्ते मेरे वीर नूं मारिया ही ना, ये तो दासी बननी है, इन्हां दे चरनां दे उत्ते चढ़िया चढ़दी है कि नहीं चढ़ती चरनां दे। हुण गुस्से नाल पिता जी पता की आंदा, आंदा जे इन्ना ही तेनों प्यारा लगदा तो जा अपने नाल लै जा, जा अपने नाल लै जा। हुण गुरु नानक साहब सच्चे पातशाह की भैन कहती पिता जी कोई नहीं, जे मैनूं जरूरत पई तो मैं लै भी जावांगी, कोई एडी गल नहीं। हुण जिस वेले घर पहुँचते हैं ना, तो पिता ते धी आपस में गल्लां बातां करते जाते हैं। हुण आ गया राए बलार। राए बलार कौन आ? ਇਹਦਾ जीवन लिखिया वा डॉक्टर हरपाल सिंह पन्नू ने। जे पढ़न का यतन करे, पहली गल तो हुण असीं किताबां पढ़नियां ही छड्ड दित्तियां, सानूं पढ़न की लोड़ ही नहीं रह गई। क्यों? मोबाइल विचों कड़ी चीज़ ते वेख के ते तुहानूं सुणा के काम मुक्का। किताबां दी आपां खोज नहीं की, पर जिन्नी देर तक किताब नहीं पढ़ांगे साडा गांव विकास नहीं होवे। ख्याल करियो, हुण हरपाल सिंह पन्नू लिखते हैं, उन्होंने लिखिया राए बलार का जीवन। जिन्हों ने पढ़िया मुबारक, जिन्हों नहीं पढ़िया तो किताब मंगा के तुसी वो पढ़ सकते हो, जां यूनीवर्सिटी विचों मिलती है। हरपाल सिंह पन्नू की किताब आ, ਉਹਦੇ ਵਿੱਚ ਉਹ ਲਿਖਦਾ ਕਹਿੰਦਾ ਰਾਏ ਬਲਾਰ ਜਿਹੜਾ ਨਾ, ਛੋਟੇ ਬੱਚੇ ਨੇ ਅਜੇ, ਗੁਰੂ ਨਾਨਕ ਸਾਹਿਬ ਇਹਨਾਂ ਦੇ ਚਰਨਾਂ ਦੇ ਉੱਤੇ ਆਉਂ ਹੱਥ ਜੋੜ ਕੇ ਖਲੋਤਾ, ਹੱਥ ਜੋੜ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੁੱਛਦੇ ਆ ਚੌਧਰੀ ਜੀ ਕੀ ਗੱਲ ਆ? ਅੱਗੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚੌਧਰੀ ਜੀ ਪਤਾ ਕੀ ਆਂਦੇ ਆ? ਰਾਏ ਬਲਾਰ ਕੀ ਕਹਿੰਦਾ? ਕਹਿੰਦਾ ਦੱਸਣਾ ਤੇ ਉਹਨੂੰ ਚਾਹੀਦਾ ਜਿਹਨੂੰ ਪਤਾ ਨਾ ਹੋਵੇ। गल उन्होंने दसनी चाहिए जिन्होंने पता ना होवे। इनू मेरे सारी गल का पता, जो मैनू चाहिए वा विण बोलिया सब कुछ जानदा। विण बोलिया आऊँ तुसी हथ जोड़ दिते, उन्होंने पता घट घट के अंतर की जानत, भले बुरे की पीर पछानत। ये सामने जदों हो जावांगे, भावें कोई पापी आ भावें कोई पुन्नी आ, किसी तरह का भी है, मैं दावे ना कहना गुरु सच्चे पातशाह तुहाडे अंदर दियां जानदा होवेगा भी एक किहो जिहा बंदा की करे। भावें असीं लोकां कोलों जिन्ना मर्जी छुपा लीए, जे गुरु कोलों तो डॉक्टर कोलों नहीं जे कोई छुप सकदा। जे डॉक्टर कोलों रोग छुपावांगे तो डॉक्टर इलाज किवें करेगा? गुरु साडा जानदा है। हुण वो लिखदे आ, कहंदे सामने खलोता राए बलार ते खालसा जी 1800 मरबा जमीन का मालिक है। राए बलार 1800 मरबा। ये तलवंडी जी तलवंडी के हिसाब न तां ही पैसे राए भोए की तलवंडी इन्हों के परुखियां का नाम आ। हुण ख्याल करना, जिस वेले अगे खलोता तो कहंदा नानका दसना तो उन्होंने चाहिए जिन्हों पता ना होवे, दसना उन्होंने चाहिए जिन्हों पता ना होवे। तेनों सारा पता, मैनू कदी भुख है, सानू भुखां बड़ियां ने, सानू बहुत भुखां लगियां,
पर किते जिंदगी च एक भुख लग जाए सारियां भुखां मिट जांदियां। वो किहड़ी भुख है? साचे नाम की लागे भूख, उत भूखे खाए चलिए दूख। ख्याल देना। हुण गुरु नानक साहब सच्चे पातशाह कहन लगे चलो फिर जो तुहाडी अंदर दी गल आ वो जानदा होएगा, अकाल पुरख पूरी करेगा। नानक नानक जहान ते प्या होवे, हद रही ना गुरां दे जस दी रेठा आखदा मैं मिठा हो गया ते नानक वेख कड़तना भी नस गई ओ पंजे नाल पहाड़ टलमाम होया ते मिठत पत्थरा दे विच धस गई। नानक कह गया सदा आबाद रहेगी ते अज तक कंध बटाले दी दस दिया। साध संगत राए बलार दे घर होया पुत। ख्याल करियो 750 मरबा जमीन जिहड़ी आ गुरु नानक साहब के नां ते लवाती। असीं की दे सकते हैं गुरु नानक नूं? पढ़ो इतिहास। इत्थे ही बस नहीं, ननकाना साहब संगतां गईयां ने गुरु नानक पातशाह का पुरब मनाउण वास्ते। साध संगत ख्याल दिओ जरा। जदों पुरब मनाउण वास्ते गईयां, एक मुसलमान सामने हाथ जोड़ के खलो गया, डॉक्टर हसन ऐं संगत दे अगे। ते संगत पुछदी आ, कहंदे की गल आ? कहंदे गल तुहानूं नहीं दसणी, गुरु नानक नूं दसी आ, मैं तुहानूं नहीं दसणी, गुरु नानक नूं दसी है। ते कहंदे की? कहंदे मैं जो मर्जी दसी उहनूं पता वा, मेरी जानदा, मैं दस दित्ती उहनूं गल। उहनूं लोड़ सी बच्चे दी, उहदे घर औलाद नहीं सी, लाहौर दा रहण वाला। हुण दी गल जे कोई दूर दी नहीं, प्रैक्टिकल चीज़ यूट्यूब ते वेख सकदे हो। वो जदों अगले साल आउंदियां ही, अगले साल जदों नगर कीर्तन निकलना सी, उहदे घर होया पुत्त। उन्हें 84 लाख का संगतां दे चरनां दे विच मैट विछाता। एक मुसलमान ने, इन्ने श्रद्धालु मुसलमान। फिर उत्थे जिहड़े मजारे ने उन्होंने जाके सुप्रीम कोर्ट का केस खड़िया। जिहड़ा जज सी ना, जजमेंट करने वाला, उन्हें फैल बाहर मार सुट दी। कहंदा होए गुरु नानक की जमीन ते दे दियां तुहानूं, होए गुरु नानक की जमीन ते दे दियां तुहानूं, ये कदे नहीं हो सकता। यह है गुरु नानक। तां ही क्या किसी ने बुरियां नाल सब बुरा कमांदे, माफ करन कई सियाणे, बुरियां नाल नेकी करनी, ये गुरु नानक जाने, ये गुरु नानक दे हिस्से है। तां ही कहंदे सतगुरु गुरु नानक साहब सब ते वड्डा सतगुरु नानक जिन कल राखी मेरी। तुसीं उन्हां दे स्थानां ते आए हो, हाजरियां लवा रहे हो। अरदास है सतगुरु सच्चे पातशाह तुहाड़ियां आसां मुरादां पूरियां करन, अपने दरों घरों गुरसिੱਖੀ दी दात बख्शिश करके निहाल करन। बहुत सारी तुसीं साडी माइट सहायता कीती है, सारिਆਂ ਦਾ धन्नवाद। आओ जी हुण अगला जिहड़ा प्रोग्राम है वो एम ए साहब कोलों सुनो। सानू देवो छुट्टियां। एम ए साहब वालों माया भी आई है, धन्नवाद करते हैं पातशाह उन्होंने होर बख्शिशां करन। झुकाओ गुरु नूं सीस ते गज गजा के कहो जी वाहिगुरू जी का खालसा वाहिगुरू जी की फतेह।